ਜਾਂ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ, ਜਦੋਂ ਇਹਦੇ ਤੇ ਰਾਜਨੀਤੀ ਹਾਵੀ ਹੋ ਜਾਂਦੀ ਹੈ, ਸਮਾਜ ਦਾ ਨੁਕਸਾਨ ਕਰਦੀ ਹੈ। ਕਿ ਰਾਜਨੀਤੀ ਚਾਹੇ ਧਰਮ ਤੇ ਹਾਵੀ ਹੋਵੇ, ਚਾਹੇ ਮੀਡੀਆ ਤੇ ਹਾਵੀ ਹੋਵੇ, ਚਾਹੇ ਵਿਦਿਆ ਸੰਸਥਾਵਾਂ ਤੇ ਹਾਵੀ ਹੋਵੇ, ਚਾਹੇ ਮੈਡੀਕਲ ਸੰਸਥਾਵਾਂ ਤੇ ਹਾਵੀ ਹੋਵੇ, ਸਮਾਜ ਦਾ ਨੁਕਸਾਨ ਹੀ ਨੁਕਸਾਨ ਕਰਦੀ ਹੈ। ਜਦੋਂ ਰਾਜਨੀਤੀ ਧਰਮ ਤੇ ਹਾਵੀ ਹੁੰਦੀ ਹੈ, ਕੇਵਲ ਉਦੋਂ ਹੀ ਸਮਾਜ ਦਾ ਨੁਕਸਾਨ ਨਹੀਂ ਹੁੰਦਾ। ਰਾਜਨੀਤੀ ਜਿਹੜੀ ਵੀ ਸੰਸਥਾ ਦੇ ਉੱਤੇ ਹਾਵੀ ਹੋ ਜਾਂਦੀ ਹੈ, ਉਸ ਸੰਸਥਾ ਦਾ ਇੱਕ ਝੁੰਬਰ ਕੱਢ ਕੇ ਰੱਖ ਦਿੰਦੀ ਹੈ। ਲੇਕਿਨ ਇਸ ਤਰ੍ਹਾਂ ਦਾ ਹਾਲਾਤ, ਇਸ ਤਰ੍ਹਾਂ ਦਾ ਮਾਹੌਲ ਬਣਾਇਆ ਗਿਆ ਕਿ ਜਿਵੇਂ ਲਾਲ ਕਿਲੇ ਦੇ ਉੱਤੇ ਪਹੁੰਚਣ ਵਾਲੇ ਤੇ ਕੇਸਰੀ ਨਿਸ਼ਾਨ ਚੜਾਉਣ ਵਾਲੇ ਬਹੁਤ ਵੱਡੇ ਮਹਾ ਅਪਰਾਧੀ ਹੁੰਦੇ ਆ, ਪਾਪੀ ਹੁੰਦੇ ਆ। ਜਦੋਂ ਹਕੂਮਤ ਜ਼ਾਬਰ ਜ਼ੁਲਮ ਕਰਨ ਵਾਲੀ ਬਣ ਜਾਏ ਤੇ ਫਿਰ ਹਕੂਮਤ ਦੇ ਜ਼ੁਲਮ ਦਾ ਮੁਕਾਬਲਾ, ਜ਼ਬਰ ਦਾ ਮੁਕਾਬਲਾ ਧਰਮ ਦੇ ਸਹਿਤ ਕੀਤਾ ਜਾ ਸਕਦਾ ਹੈ। ਕਿਸੇ ਨਾਸਤਕ ਵਿਚਾਰ ਦੇ ਨਾਲ ਹਕੂਮਤੀ ਜ਼ਬਰ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਰਾਜਨੀਤੀ ਭਾਰਤ ਦੀ ਹਰ ਸੰਸਥਾ ਤੇ ਹਾਵੀ ਹੋ ਗਈ ਹੈ, ਜਿਸ ਨੇ ਦੇਸ਼ ਦੀ ਹਾਲਤ ਪਤਲੀ ਕਰ ਦਿੱਤੀ ਹੈ। ਇਹ ਕਹਿਣਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ। ਦੇਸ਼ ਦੇ ਹਾਲਾਤਾਂ ਬਾਰੇ ਚਰਚਾ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਅੱਜ ਰਾਜਨੀਤੀ ਹਰ ਸੰਸਥਾ ਤੇ ਹਾਵੀ ਹੈ, ਚਾਹੇ ਉਹ ਅਦਾਲਤਾਂ ਹੋਣ, ਵਿਦਿਅਕ ਤੇ ਸਿਹਤ ਸੰਸਥਾਵਾਂ ਹੋਣ। ਇੱਥੋਂ ਤੱਕ ਕਿ ਮੀਡੀਆ ਅਤੇ ਚੋਣ ਕਮਿਸ਼ਨ ਤੇ ਵੀ ਰਾਜਨੀਤੀ ਇਸ ਕਦਰ ਹਾਵੀ ਹੈ ਕਿ ਜਿਸ ਨੇ ਸਮਾਜ ਦਾ ਕਚੁੰਬਰ ਕੱਢ ਕੇ ਰੱਖ ਦਿੱਤਾ ਹੈ। ਰਾਜਨੀਤੀ ਦਾ ਸਮਾਜ ਨਾਲ ਬਹੁਤ ਗਹਿਰਾ ਰਿਸ਼ਤਾ ਹੈ। ਜਦੋਂ ਰਾਜਨੀਤੀ ਸਮਾਜ ਦੇ ਉੱਤੇ ਭਾਰੀ ਪੈ ਜਾਂਦੀ ਹੈ, ਹਾਵੀ ਹੋ ਜਾਂਦੀ ਹੈ, ਉਦੋਂ ਸਮਾਜ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਅੱਜ ਅਸੀਂ ਦੇਖਦੇ ਹੀ ਹਾਂ, ਐਜੂਕੇਸ਼ਨਿਸਟ ਨੇ, ਸਾਡੇ ਵਿਦਵਾਨ ਨੇ, ਜਿਹੜੇ ਵਿਦਿਆ ਦੇ ਮਾਹਰ ਨੇ, ਜਾਂ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ, ਜਦੋਂ ਇਹਦੇ ਤੇ ਰਾਜਨੀਤੀ ਹਾਵੀ ਹੋ ਜਾਂਦੀ ਹੈ, ਸਮਾਜ ਦਾ ਨੁਕਸਾਨ ਕਰਦੀ ਹੈ। ਲੇਕਿਨ ਜਦੋਂ ਸਾਡੀ ਵਿਦਿਆ ਪ੍ਰਣਾਲੀ ਰਾਜਨੀਤੀ ਤੇ ਹਾਵੀ ਹੁੰਦੀ ਹੈ, ਸਮਾਜ ਦਾ ਭਲਾ ਹੁੰਦਾ ਹੈ। ਸਾਡੇ ਡਾਕਟਰੀ ਪੇਸ਼ੇਵਰ ਮਾਹਰ ਨੇ, ਜਦੋਂ ਰਾਜਨੀਤੀ ਇਹਨਾਂ ਤੇ ਹਾਵੀ ਹੋ ਜਾਂਦੀ ਹੈ, ਸਮਾਜ ਦਾ ਨੁਕਸਾਨ ਹੁੰਦਾ ਹੈ। ਤੇ ਜਦੋਂ ਸਾਡੇ ਮੈਡੀਕਲ ਮਾਹਰ ਜਾਂ ਮੈਡੀਕਲੀ ਵਿਦਿਆ ਜਿਹੜੀ ਹੈ, ਇਹ ਰਾਜਨੀਤੀ ਤੇ ਹਾਵੀ ਹੁੰਦੀ ਹੈ, ਤੇ ਸਮਾਜ ਦਾ ਭਲਾ ਹੁੰਦਾ ਹੈ। ਮੀਡੀਆ ਦੇ ਉੱਤੇ ਰਾਜਨੀਤੀ ਭਾਰੂ ਹੋ ਜਾਂਦੀ ਹੈ, ਫਿਰ ਵੀ ਸਮਾਜ ਦਾ ਨੁਕਸਾਨ ਹੁੰਦਾ ਹੈ। ਮੁੱਕਦੀ ਗੱਲ ਕੀ ਹੈ ਕਿ ਰਾਜਨੀਤੀ ਚਾਹੇ ਧਰਮ ਤੇ ਹਾਵੀ ਹੋਵੇ, ਚਾਹੇ ਮੀਡੀਆ ਤੇ ਹਾਵੀ ਹੋਵੇ, ਚਾਹੇ ਵਿਦਿਆ ਸੰਸਥਾਵਾਂ ਤੇ ਹਾਵੀ ਹੋਵੇ, ਚਾਹੇ ਮੈਡੀਕਲ ਸੰਸਥਾਵਾਂ ਤੇ ਹਾਵੀ ਹੋਵੇ, ਸਮਾਜ ਦਾ ਨੁਕਸਾਨ ਹੀ ਨੁਕਸਾਨ ਕਰਦੀ ਹੈ। ਅੱਜ ਜਿਹੜੀ ਹਿੰਦੁਸਤਾਨ ਦੀ ਹਾਲਤ ਪਤਲੀ ਪਈ ਹੈ, ਇਹਦਾ ਇੱਕੋ ਹੀ ਕਾਰਨ ਹੈ ਕਿ ਰਾਜਨੀਤੀ ਹਿੰਦੁਸਤਾਨ ਦੀ ਹਰ ਸੰਸਥਾ ਦੇ ਉੱਤੇ ਹਾਵੀ ਹੋ ਗਈ ਹੈ। ਚਾਹੇ ਉਹ ਅਦਾਲਤਾਂ ਨੇ, ਚਾਹੇ ਉਹ ਪ੍ਰੈਸ ਹੈ, ਚਾਹੇ ਉਹ ਬਿਊਰੋਕਰੇਟਸ ਨੇ, ਚਾਹੇ ਕੋਈ ਵੀ ਅਦਾਰਾ ਹੈ, ਚਾਹੇ ਉਹ ਚੋਣ ਕਮਿਸ਼ਨ ਹੈ, ਕੋਈ ਵੀ ਹੈ, ਉਹਦੇ ਉੱਤੇ ਰਾਜਨੀਤੀ ਜਿਹੜੀ ਹੈ ਉਹ ਇਸ ਕਦਰ ਹਾਵੀ ਹੋ ਗਈ ਹੈ ਕਿ ਸਮਾਜ ਦਾ ਕਚੁੰਬਰ ਜਿਹੜਾ ਹੈ ਉਹ ਕੱਢ ਕੇ ਰੱਖ ਦਿੱਤਾ ਹੈ ਔਰ ਨਿਕਲ ਰਿਹਾ ਹੈ। ਪਰ ਅਸੀਂ ਕੇਵਲ ਇੰਨਾ ਹੀ ਜਾਣਦੇ ਹਾਂ ਕਿ ਜਦੋਂ ਧਰਮ ਤੇ ਰਾਜਨੀਤੀ ਹਾਵੀ ਹੁੰਦੀ ਹੈ, ਉਦੋਂ ਸ਼ਾਇਦ ਸਮਾਜ ਦਾ ਨੁਕਸਾਨ ਹੁੰਦਾ ਹੈ। ਨਹੀਂ ਸਾਧ ਸੰਗਤ ਜੀ, ਜਦੋਂ ਰਾਜਨੀਤੀ ਧਰਮ ਤੇ ਹਾਵੀ ਹੁੰਦੀ ਹੈ, ਕੇਵਲ ਉਦੋਂ ਹੀ ਸਮਾਜ ਦਾ ਨੁਕਸਾਨ ਨਹੀਂ ਹੁੰਦਾ। ਰਾਜਨੀਤੀ ਜਿਹੜੀ ਵੀ ਸੰਸਥਾ ਦੇ ਉੱਤੇ ਹਾਵੀ ਹੋ ਜਾਂਦੀ ਹੈ, ਉਸ ਸੰਸਥਾ ਦਾ ਇੱਕ ਝੁੰਬਰ ਕੱਢ ਕੇ ਰੱਖ ਦਿੰਦੀ ਹੈ। ਚਾਹੀਦਾ ਇਹ ਹੈ ਕਿ ਜਿਵੇਂ ਧਰਮ ਰਾਜਨੀਤੀ ਤੇ ਹਾਵੀ ਰਵੇ, ਉਵੇਂ ਸਮਾਜ ਵੀ ਰਾਜਨੀਤੀ ਤੇ ਹਾਵੀ ਰਵੇ, ਸਾਡਾ ਅਰਥਚਾਰਾ ਵੀ ਜਿਹੜਾ ਹੈ ਰਾਜਨੀਤੀ ਤੇ ਹਾਵੀ ਰਵੇ, ਫਿਰ ਸਮਾਜ ਦਾ ਜਿਹੜਾ ਹੈ ਉਹ ਭਲਾ ਹੁੰਦਾ ਹੈ। ਅੱਜ ਡੈਮੋਕ੍ਰੇਸੀ ਦੇ ਅੰਦਰ ਸਾਡੀ ਹਰ ਸੰਸਥਾ, ਮੈਂ ਸਿੱਖਾਂ ਦੀ ਸੰਸਥਾ ਦੀ ਗੱਲ ਨਹੀਂ ਕਰਦਾ, ਮੈਂ ਦੇਸ਼ ਦੀਆਂ, ਭਾਰਤ ਦੀਆਂ ਸੰਸਥਾਵਾਂ ਦੀ ਗੱਲ ਕਰਦਾ, ਸਾਰੀਆਂ ਸੰਸਥਾਵਾਂ ਦਾ ਦਿਵਾਲਾ ਜਿਹੜਾ ਹੈ ਉਹ ਨਿਕਲ ਚੁੱਕਿਆ। ਲੋਕ ਤਰਾਹ ਕਰ ਰਹੇ ਹੈ, ਲੇਕਿਨ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ। ਐਸੀ ਪੋਜੀਸ਼ਨ ਦੇ ਵਿੱਚ ਧਰਮ ਨੂੰ ਮਜ਼ਬੂਤ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ, ਧਾਰਮਿਕ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਵੱਡੀ ਜ਼ਰੂਰਤ ਹੈ, ਕਿਉਂਕਿ ਧਰਮ ਹੀ ਆਸਰਾ ਬਣਦਾ ਹੈ, ਧਰਮ ਹੀ ਸਹਾਰਾ ਬਣਦਾ ਹੈ। ਜਦੋਂ ਹਕੂਮਤ ਜ਼ਾਬਰ ਜ਼ੁਲਮ ਕਰਨ ਵਾਲੀ ਬਣ ਜਾਏ ਤੇ ਫਿਰ ਹਕੂਮਤ ਦੇ ਜ਼ੁਲਮ ਦਾ ਮੁਕਾਬਲਾ, ਜ਼ਬਰ ਦਾ ਮੁਕਾਬਲਾ ਧਰਮ ਦੇ ਸਹਿਤ ਕੀਤਾ ਜਾ ਸਕਦਾ ਹੈ।
ਕਿਸੇ ਨਾਸਤਿਕ ਵਿਚਾਰ ਦੇ ਨਾਲ ਹਕੂਮਤੀ ਜ਼ਬਰ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਇਹ ਗੱਲ ਸਾਨੂੰ ਚੇਤੇ ਰੱਖਣੀ ਚਾਹੀਦੀ ਹੈ। ਇਸ ਕਰਕੇ ਹਰ ਸਿੱਖ ਨੂੰ ਅੱਜ ਵਧੇਰੇ ਧਰਮੀ ਹੋਣ ਦੀ ਜ਼ਰੂਰਤ ਹੈ। ਜੇ ਅਸੀਂ ਬਚਣਾ ਹੈ, ਜੇ ਅਸੀਂ ਜੀਣਾ ਹੈ, ਤਾਂ ਸਾਨੂੰ ਗੁਰੂ ਦਾ ਸਾਥ ਜਿਹੜਾ ਹੈ ਉਹ ਲੈਣਾ ਹੀ ਪਏਗਾ। ਨਹੀਂ ਤਾਂ ਜਿਸ ਤਰ੍ਹਾਂ ਦਾ ਭਾਰਤ ਦੇ ਅੰਦਰ ਮਾਹੌਲ ਬਣਾਇਆ ਜਾ ਰਿਹਾ ਹੈ, ਮੈਂ ਬਾਕੀ ਘੱਟ ਗਿਣਤੀਆਂ ਦੇ ਸਹਿਤ ਮੈਂ ਸਿੱਖਾਂ ਦੀ ਵੀ ਗੱਲ ਕਰਾਂ ਕਿ ਸਾਡਾ ਜੀਣਾ ਉਸ ਹਾਲਤ ਦੇ ਵਿੱਚ ਹੀ ਬਿਹਤਰ ਹੋ ਸਕਦਾ ਹੈ ਜਿਸ ਕਿਸਮ ਦਾ ਮਾਹੌਲ ਬਣ ਰਿਹਾ ਹੈ। ਜੇ ਅਸੀਂ ਗੁਰੂ ਦਾ ਪੱਲਾ ਫੜ ਲਈਏ, ਗੁਰੂ ਦਾ ਆਸਰਾ ਲੈ ਲਈਏ, ਗੁਰੂ ਦਾ ਸਹਾਰਾ ਲੈ ਲਈਏ, ਫੇਰ ਹੀ ਅਸੀਂ ਬਚ ਸਕਦੇ ਹਾਂ। ਜੇ ਅਸੀਂ ਗੁਰੂ ਤੋਂ ਦੂਰ ਹੋ ਗਏ, ਗੁਰੂ ਤੋਂ ਟੁੱਟ ਗਏ, ਤੇ ਹਿੰਦੁਸਤਾਨ ਦੇ ਅੰਦਰ ਸਿਸਟਮ ਐਸਾ ਬਣ ਰਿਹਾ ਹੈ ਕਿ ਸਾਡੀ ਹੋਂਦ ਜਿਹੜੀ ਹੈ ਇਹ ਖਤਰੇ ਦੇ ਵਿੱਚ ਪੈਣ ਜਾ ਰਹੀ ਹੈ। ਅੱਜ ਗੁਰੂ ਨੂੰ ਅੰਗ ਸੰਗ ਰੱਖਣ ਦੀ ਵਧੇਰੇ ਗਿਣਤੀ ਦੇ ਵਿੱਚ ਲੋੜ ਹੈ। ਅਸੀਂ ਦੇਖਦੇ ਹਾਂ ਕਿਸਾਨ ਅੰਦੋਲਨ ਚੱਲਿਆ, ਨੌਜਵਾਨ ਜਜ਼ਬਾਤੀ ਹੋਏ, ਲਾਲ ਕਿਲੇ ਦੇ ਵਿੱਚ ਚਲੇ ਗਏ। ਲਾਲ ਕਿਲੇ 'ਚ ਜਾ ਕੇ ਕੋਈ ਨੌਜਵਾਨਾਂ ਨੇ ਗੁਨਾਹ ਨਹੀਂ ਕਰਤਾ, ਕੋਈ ਬਜ਼ਰ ਪਾਪ ਨਹੀਂ ਕਰਤਾ, ਲੇਕਿਨ ਇਸ ਤਰ੍ਹਾਂ ਦਾ ਹਾਲਾਤ, ਇਸ ਤਰ੍ਹਾਂ ਦਾ ਮਾਹੌਲ ਬਣਾਇਆ ਗਿਆ ਕਿ ਜਿਵੇਂ ਲਾਲ ਕਿਲੇ ਦੇ ਉੱਤੇ ਪਹੁੰਚਣ ਵਾਲੇ ਤੇ ਕੇਸਰੀ ਨਿਸ਼ਾਨ ਚੜਾਉਣ ਵਾਲੇ ਬਹੁਤ ਵੱਡੇ ਮਹਾ ਅਪਰਾਧੀ ਹੁੰਦੇ ਆ, ਪਾਪੀ ਹੁੰਦੇ ਆ। ਸਰਕਾਰ ਨੇ ਧੜਾ ਧੜ ਝੂਠੇ ਪਰਚੇ ਦਰਜ ਕਰਕੇ ਉਹਨਾਂ ਨੌਜਵਾਨਾਂ ਨੂੰ ਅੰਦਰ ਧੱਕਣਾ ਜਿਹੜਾ ਪ੍ਰਾਰੰਭ ਕਰ ਦਿੱਤਾ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਸਾਡੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤੇ ਗਏ, ਤੇ ਬਾਂਹ ਨਹੀਂ ਕਿਸੇ ਨੇ ਫੜੀ। ਜਿਨ੍ਹਾਂ ਨੇ ਜੋਸ਼ੀਲੇ ਨਾਰੇ ਮਾਰੇ ਉਹਨਾਂ ਵਿੱਚੋਂ ਵੀ ਕਿਸੇ ਨੇ ਬਾਂਹ ਨਹੀਂ ਫੜੀ, ਤੇ ਜੇ ਬਾਂਹ ਫੜੀ ਤੇ ਸਾਡੀ ਸੰਸਥਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੜੀ। ਬੋਲੇ ਸੋ ਨਿਹਾਲ। ਸੈਂਕੜੇ ਨੌਜਵਾਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਢਾ ਕੇ ਲਿਆਂਦਾ। ਇਸ ਕਰਕੇ ਅੱਜ ਬਹੁਤ ਵੱਡਾ ਸਾਨੂੰ ਸੋਚਣ ਤੇ ਸਮਝਣ ਦੀ ਜ਼ਰੂਰਤ ਹੈ। ਜੇ ਸਾਡੀਆਂ ਸੰਸਥਾਵਾਂ ਇਹ ਮਜ਼ਬੂਤ ਹੋਣਗੀਆਂ ਤੇ ਸਾਡੀ ਇਹ ਰਾਖੀ ਕਰਨਗੀਆਂ, ਪਰ ਸੰਸਥਾਵਾਂ ਨੂੰ ਮਜ਼ਬੂਤ ਕਰਨ ਵਾਸਤੇ ਸਾਨੂੰ ਇਹਨਾਂ ਦੀ ਰਾਖੀ ਕਰਨੀ ਪਏਗੀ, ਇਹਨਾਂ ਦੀ ਪਹਿਰੇਦਾਰੀ ਕਰਨੀ ਪਏਗੀ। ਅਸੀਂ ਸੰਸਥਾਵਾਂ ਦੀ ਪਹਿਰੇਦਾਰੀ ਕਰਨੀ ਹੈ, ਫਿਰ ਸੰਸਥਾਵਾਂ ਸਾਡੀ ਪਹਿਰੇਦਾਰੀ ਕਰਨਗੀਆਂ। ਅਸੀਂ ਇੱਕ ਦੂਸਰੇ ਦੇ ਪੂਰਕ ਬਣਨਾ। ਮੈਂ ਇੱਕ ਵਾਰੀ ਫੇਰ ਹੋਲੇ ਮਹੱਲੇ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦੇਣਾ। ਇੱਥੇ ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸੁਸ਼ੋਭਤ ਨੇ। ਮਾਨਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਗੌਹਰੇ ਮਸਕੀਨ ਜਥੇਦਾਰ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਸੁਸ਼ੋਭਤ ਨੇ, ਔਰ ਮਾਨਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ। ਮੈਂ ਸਾਰੀ ਸੰਗਤ ਸਹਿਤ ਇਹਨਾਂ ਸਤਿਕਾਰਤ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇੱਕ ਵਾਰੀ ਫੇਰ ਹੋਲੇ ਮਹੱਲੇ ਦੀਆਂ ਸਮੂਹ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਅੱਜ ਲੋਕਤੰਤਰ 'ਚ ਦੇਸ਼ ਦੀਆਂ ਸਾਰੀਆਂ ਸੰਸਥਾਵਾਂ ਦਾ ਦਿਵਾਲਾ ਨਿਕਲ ਚੁੱਕਿਆ ਹੈ, ਪਰ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ। ਦੱਸਦੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲੇ ਮਹੱਲੇ ਤੇ ਸੰਗਤ ਨੂੰ ਸੰਬੋਧਨ ਕਰ ਰਹੇ ਸਨ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।